अस्सलाम वालेकुम की हाल है प्यारिਓ मैं ਆਬਜ਼ਿਆਤ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਜਿਵੇਂ ਦੇ ਹਾਲਾਤ ਅੱਜ ਕੱਲ੍ਹ ਚੱਲਦੇ ਪਏ ਨੇ ਔਰ ਜੋ ਸੂਰਤ ਹਾਲ ਬਣੀ ਹੈ ਪਾਕਿਸਤਾਨ ਵਾਲੇ ਪਾਸੇ ਵੀ ਤੇ ਇੰਡੀਆ ਵਾਲੇ ਪਾਸੇ ਵੀ ਉਹ ਬੜੀ ਦਿਲ ਦੁਖਾਉਣ ਵਾਲੀ ਹੈ। ਕੋਈ ਵੀ ਜਿਹੜਾ ਜੀ ਮੁਹੱਬਤ ਨਾਲ ਭਰਿਆ ਹੈ ਜਾਂ ਜਿਹਨੂੰ ਇਨਸਾਨੀਅਤ ਦੇ ਨਾਲ ਪਿਆਰ ਹੈ ਉਹਦੇ ਵਾਸਤੇ ਬੜੀ ਦੁੱਖ ਵਾਲੀ ਕਹਾਣੀ ਹੈ, ਦੁੱਖ ਵਾਲਾ ਲਮਹਾ ਹੈ ਕਿ ਅਸੀਂ ਇੱਕ ਦੂਜੇ ਦੇ ਵੈਰੀ ਹੋ ਗਏ ਹਾਂ ਔਰ ਵੈਰੀ ਵੀ ਅਜਿਹੇ ਹੋ ਗਏ ਹਾਂ ਕਿ ਸਾਡੀਆਂ ਅਕਲਾਂ 'ਤੇ ਪਰਦੇ ਪੈ ਗਏ ਨੇ, ਸਾਡੀਆਂ ਸਮਝਾਂ ਬੂਝਾਂ, ਸਾਡੇ ਫਹਿਮ ਸ਼ਊਰ ਸਾਰਾ ਜ਼ੀਰੋ ਹੋ ਗਿਆ। ਉਹ ਕਿਵੇਂ ਜ਼ੀਰੋ ਹੋਇਆ ਐਕਚੁਅਲੀ ਕੁਝ ਗੱਲਾਂ ਮੈਂ ਤੁਹਾਡੇ ਨਾਲ ਅੱਜ ਕਰਨਾ ਚਾਹਾਂਗਾ ਕਿ ਕਿਸੇ ਵੀ ਜੰਗ ਦੇ ਪਿੱਛੇ ਆ ਨਹੀਂ ਹੁੰਦਾ ਕਿ ਅੱਜ ਕੋਈ ਗੱਲ ਹੋਈ ਹੈ ਤੇ ਸੁਬਾਹ ਜੰਗ ਲੱਗ ਜਾਣੀ ਹੈ। ਇਹਦੇ ਪਿੱਛੇ ਬਹੁਤ ਸਾਰੀ ਵਜੂਹਾਤ ਹੁੰਦੀਆਂ ਨੇ ਔਰ ਉਹ ਜਿਹੜੀ ਵਜੂਹਾਤ ਨੇ ਉਹ ਆਸਤਾ ਉਹ ਇੰਨਾ ਪੀਕ ਤੇ ਚਲੀ ਜਾਂਦੇ ਨੇ ਕਿ ਉਹ ਜੰਗਾਂ ਦੀ ਸ਼ਕਲ ਇਖਤਿਆਰ ਕਰ ਲੈਂਦੀਆਂ ਨੇ। ਜਿਵੇਂ ਹੁਣ ਪਾਕਿਸਤਾਨ ਤੇ ਇੰਡੀਆ, ਸਾਡੀ ਬੋਲੀ ਇੱਕ ਹੈ, ਸਾਡਾ ਕਲਚਰ ਇੱਕ ਹੈ, ਅਸੀਂ ਉਹ ਇੱਕ ਹੀ ਮੁਲਕ ਦੇ ਵਿੱਚੋਂ ਦੋ ਮੁਲਕ ਹੋਏ ਆ। ਜੰਗ ਕਿਸੇ ਵੀ ਮਸਲੇ ਦਾ ਹੱਲ ਨਾ ਕਦੀ ਹੋਈ ਹੈ ਨਾ ਹੋ ਸਕਦੀ ਹੈ। ਇਹਦੇ ਵਿੱਚ ਸਿਰਫ ਔਰ ਸਿਰਫ ਖੂਨ ਖਰਾਬਾ ਹੀ ਹੁੰਦਾ ਹੈ ਔਰ ਇਹਦੇ 'ਚ ਚਾਹੇ ਜੰਗ ਲੱਗੀ ਰਵੇ, ਇੱਕ ਦਿਨ ਦੀ ਜੰਗ ਹੋਵੇ ਤੇ ਭਾਵੇਂ ਹੋਵੇ 100 ਸਾਲ ਦੀ, ਆਖਰ ਗੱਲ ਉਦੋਂ ਮੁੱਕਦੀ ਹੈ ਜਦ ਟੇਬਲ ਟਾਕ ਹੁੰਦੀ ਹੈ, ਜਦ ਟੇਬਲ 'ਤੇ ਬਹਿ ਕੇ ਮਸਲਿਆਂ ਨੂੰ ਹੱਲ ਕੀਤਾ ਜਾਂਦਾ ਹੈ, ਜਦ ਡਿਸਕਸ਼ਨ ਕੀਤੀ ਜਾਂਦੀ ਹੈ, ਫਿਰ ਹੀ ਮਾਮਲਾਤ ਹੱਲ ਹੁੰਦੇ ਨੇ। ਅਦਰਵਾਈਜ਼ ਜੇ ਅਸੀਂ ਕਹੀਏ ਕਿ ਜੰਗਾਂ ਦੇ ਨਾਲ ਮਸਾਇਲ ਹੱਲ ਹੋਣਗੇ ਤੇ ਉਹ ਕਦੀ ਵੀ ਨਹੀਂ ਹੋ ਸਕਦੇ। ਅੱਜ ਮੈਂ ਨਿਊਜ਼ ਸੁਣਦਾ ਪਿਆ ਸਾਂ ਇੰਡੀਆ ਦੀ। ਵੈਸੇ ਇੰਡੀਆ ਦੀ ਨਿਊਜ਼ ਤੇ ਮੈਨੂੰ ਕੋਈ ਏਡਾ ਐਤਮਾਦ ਨਹੀਂ ਹੈ, ਨਾ ਹੀ ਕਿ ਉਹਨਾਂ ਦੀ ਗੱਲ ਕੋਈ ਬਹੁਤ ਅਥੈਂਟਿਕ ਹੁੰਦੀ ਹੈ। ਲੇਕਿਨ ਉਹ ਕਹਿ ਰਹੇ ਸੀ ਕਿ ਅਸੀਂ ਪੂਰਾ ਪਲਾਨ ਕਰ ਲਿਆ ਹੈ, ਅਸੀਂ ਡੈਮ ਬਣਾ ਰਹੇ ਹਾਂ ਔਰ ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰ ਦੇਣਾ ਹੈ, ਅੰਦਰ ਚਨਾਬ ਵਾਲੇ ਪਾਸੋਂ ਪਾਣੀ ਬੰਦ ਹੋ ਜਾਏਗਾ, ਫਿਰ ਦੇਖਾਂਗੇ ਕੀ ਕਰਨਗੇ। ਇਹਨਾਂ ਕੋਲ ਬਿਜਲੀ ਨਹੀਂ ਹੋਣੀ, ਇਹਨਾਂ ਕੋਲ ਫਲਾਹ ਨਹੀਂ ਹੋਣਾ, ਇਹਨਾਂ ਕੋਲ ਇਹ ਨਹੀਂ ਹੋਣਾ। ਯਜ਼ੀਦ ਵਾਲਾ ਕਿਰਦਾਰ ਇੰਡੀਆ ਅਦਾ ਕਰਨ ਜਾ ਰਿਹਾ ਹੈ ਔਰ ਹੁਸੈਨੀਅਤ ਵਾਲਾ ਕਿਰਦਾਰ ਅੱਲਾਹ ਤਾਲਾ ਨੇ, ਰੱਬ ਨੇ, ਸੋਹਣੇ ਸਾਈਂ ਨੇ ਸਾਡੇ ਝੋਲੀ 'ਚ ਪਾਤਾ ਹੈ। ਅਸੀਂ ਸਬਰ ਕਰਨ ਵਾਲੇ ਲੋਕ ਹਾਂ, ਅਸੀਂ ਹਮੇਸ਼ਾ ਸਬਰ ਕੀਤਾ ਹੈ ਔਰ ਜੇ ਕਿਸੇ ਜਗ੍ਹਾ 'ਤੇ ਜਦ ਸਬਰ ਦਾ ਪੈਮਾਨਾ ਲਬਰੇਜ਼ ਹੋ ਜਾਂਦਾ ਹੈ ਫਿਰ ਸਾਡੇ ਕੋਲ ਇਸ ਤੋਂ ਜ਼ਿਆਦਾ ਹੋਰ ਵੀ ਬਹੁਤ ਸਾਰੇ ਹੱਲ ਹੈ ਨੇ। ਲੇਕਿਨ ਅਸੀਂ ਹਮੇਸ਼ਾ ਚਾਹੁੰਦੇ ਹੁੰਦੇ ਹਾਂ ਕਿ ਸੁਲ੍ਹਾ ਵਾਲਾ ਮੁਹੱਬਤ ਵਾਲਾ ਪੈਗਾਮ ਦਿੱਤਾ ਜਾਵੇ ਜਿਹਦੇ ਨਾਲ ਮਾਮਲਾਤ ਵਿੱਚ ਆਸਾਨੀ ਹੋਵੇ। ਆਏ ਦਿਨ ਜਿਹੜਾ ਹੈ ਉਹ ਫਨਕਾਰਾਂ ਦੇ ਪੈਗਾਮਾਤ ਰਿਕਾਰਡ ਹੋ ਰਹੇ ਨੇ, ਉਹਨਾਂ ਦੇ ਮੈਸੇਜ ਰਿਕਾਰਡ ਹੋ ਰਹੇ ਨੇ, ਛੋਟੇ ਛੋਟੇ ਕਲਿਪਸ ਵਾਇਰਲ ਹੋ ਰਹੇ ਨੇ। ਕਦੀ ਗੁੱਗੂ ਗਿੱਲ ਦਾ ਆ ਰਿਹਾ ਹੈ, ਕਦੀ ਬਿੰਨੂ ਢਿੱਲੋਂ ਦਾ ਆ ਰਿਹਾ ਹੈ, ਕਦੀ ਮਤਲਬ ਉਹ ਕਰਮਜੀਤ ਦੇ ਜਿਹੜੇ ਰਿਐਕਸ਼ਨਸ ਨੇ ਉਹ ਆ ਰਹੇ ਨੇ, ਕਦੀ ਕਿਸੇ ਹੋਸਟ ਦੇ ਆ ਰਹੇ ਨੇ। ਮਤਲਬ ਉਹ ਲੋਕ ਜਿਹੜੇ ਇੱਥੋਂ ਹੋ ਕੇ ਗਏ ਨੇ, ਉਹ ਲੋਕ ਜਿਹੜੇ ਪਾਕਿਸਤਾਨ ਦੀ ਮੁਹੱਬਤ ਵੇਖ ਕੇ ਗਏ ਨੇ, ਲਹਿੰਦੇ ਪੰਜਾਬ ਨੂੰ ਖਿੜਦਾ ਹੋਇਆ, ਹੱਸਦਾ ਹੋਇਆ, ਦੋਨਾਂ ਬਾਹਾਂ ਨਾਲ ਸਮੇਟਦਾ ਹੋਇਆ ਪਿਆਰ ਵੇਖ ਕੇ ਗਏ ਨੇ ਇੱਥੋਂ, ਉਹ ਵੀ ਜਾ ਕੇ ਉੱਥੇ ਗੱਲਾਂ ਕਰ ਰਹੇ ਨੇ। ਆ ਬੜੀਆਂ ਤਕਲੀਫ ਵਾਲੀਆਂ ਗੱਲਾਂ ਨੇ। ਸਾਨੂੰ ਇਸ ਗੱਲ ਦੀ ਬਹੁਤ ਤਕਲੀਫ ਹੁੰਦੀ ਹੈ ਕਿ ਜਦ ਤੁਸੀਂ ਕਿਸੇ ਨਾਲ ਚੰਗਾ ਵਰਤਾਰਾ ਕੀਤਾ ਹੈ ਤੇ ਅੱਗੋਂ ਤੁਹਾਨੂੰ ਰਿਸਪੌਂਸ ਜਿਹੜਾ ਹੈ ਉਹ ਉਸਦਾ ਨਾ ਮਿਲੇ ਜਾਂ ਰਿਸਪੌਂਸ ਬਿਲਕੁਲ ਉਲਟ ਮਿਲੇ ਤੇ ਫਿਰ ਤਕਲੀਫ ਤੇ ਹੁੰਦੀ ਹੈ। ਜਿਹੜੇ ਬੰਦੇ ਨੇ ਤੁਹਾਡੇ ਨਾਲ ਮੁਹੱਬਤ ਵਾਲਾ ਮਾਮਲਾ ਕੀਤਾ ਹੈ ਉਹਨੂੰ ਅਗਰ ਤੁਸੀਂ ਨਫ਼ਰਤ ਵਾਲਾ ਮਾਮਲਾ ਕਰੋਗੇ ਜਾਂ ਮੁਨਾਫਕਤ ਵਾਲਾ ਮਾਮਲਾ ਕਰੋਗੇ ਤੇ ਯਕੀਨਨ ਉਹਨੂੰ ਤਕਲੀਫ ਹੋਏਗੀ। ਦੂਸਰੀ ਗੱਲ ਇਹ ਵੀ ਕਿ ਅਸੀਂ ਬੀਇੰਗ ਅ ਪੰਜਾਬੀ ਕਦੀ ਵੀ ਕਿਸੇ ਮਜ਼ਹਬ ਨੂੰ ਡਿਸਕਸ ਕੀਤਾ, ਨਾ ਅਸੀਂ ਕਦੀ ਕਿਸੇ ਮੁਲਕਾਂ ਦੀਆਂ ਹੱਦਾਂ ਨੂੰ ਡਿਸਕਸ ਕੀਤਾ। ਅਸੀਂ ਚਾਹ ਰਹੇ ਹੁੰਦੇ ਹਾਂ ਕਿ ਹਰ ਪਾਸੇ ਉੱਦਾਂ ਹੀ ਮੁਹੱਬਤਾਂ ਹੋਣ, ਬਾਰਡਰ ਉੱਦਾਂ ਹੀ ਹੋਣ, ਪੂਰੀ ਦੁਨੀਆ ਇੱਕ ਵਿਲੇਜ ਤਰ੍ਹਾਂ। ਹੁਣ ਤਾਂ ਗਲੋਬਲ ਵਿਲੇਜ ਬਣਿਆ ਹੈ, ਇੱਕ ਕਲਿੱਕ ਤੇ ਪੂਰੀ ਦੁਨੀਆ ਹੈ। ਤੇ ਜੇ ਬਾਕੀ ਕੈਨੇਡਾ ਯੂਰਪ ਦੇ ਅਗਰ ਬਾਰਡਰ ਨਹੀਂ ਹੈ, ਇਹ ਸਿਰਫ ਸੜਕਾਂ ਦਾ ਫਰਕ ਹੈ। ਉਹ ਇੱਕ ਤੁਸੀਂ ਛਲਾਂਗ ਮਾਰੋ, ਇੱਕ ਪਾਸੇ ਤੁਸੀਂ ਕੈਨੇਡਾ ਆ ਜਾਂਦੇ ਹੋ, ਦੂਜੇ ਪਾਸੇ ਯੂਰਪ ਆ ਜਾਂਦੇ ਹੋ। ਤੇ ਸਾਡੇ ਅਜਿਹੇ ਕੀ ਮਾਮਲਾਤ ਨੇ ਜਿਹੜੇ ਹੱਲ ਨਹੀਂ ਹੋ ਸਕਦੇ। ਅਸੀਂ ਏਡੀਆਂ ਵੱਡੀਆਂ ਕੰਧਾਂ ਕਿਉਂ ਮਾਰੀਆਂ ਨੇ, ਏਡੇ ਵੱਡੇ ਜੰਗਲੇ, ਇੰਨੀ ਮਿਲਟਰੀ, ਇੰਨੀ ਫੋਰਸ ਕਿਉਂ ਖੜੀ ਕੀਤੀ ਹੈ? ਇਹਦੇ ਵਿੱਚ ਖੌਫ ਨੇ ਇੱਕ ਦੂਜੇ ਤੋਂ। ਉਹ ਖੌਫ ਕਿਉਂ ਨੇ? ਅਸੀਂ ਉਹ ਖੌਫ ਕਿਉਂ ਨਹੀਂ ਖ਼ਤਮ ਕਰਦੇ ਔਰ ਮੁਹੱਬਤ ਵਾਲਾ ਪੈਗਾਮ ਕਿਉਂ ਨਹੀਂ ਦਿੰਦੇ? ਅਸੀਂ ਬੀਇੰਗ ਅ ਮੁਸਲਿਮ, ਬੀਇੰਗ ਅ ਹਿਊਮਨ, ਸਭ ਨੂੰ ਮੁਹੱਬਤ ਵਾਲਾ ਪੈਗਾਮ ਦਿੰਦੇ ਹਾਂ
ਪਰ ਅੱਗੋਂ ਰਿਸਪੌਂਡ ਹੁੰਦਾ ਨਹੀਂ ਹੋ ਰਿਹਾ। ਇੱਕ ਚੀਜ਼ ਮੈਂ ਇੱਥੇ ਇੱਕ ਹੋਰ ਕਹਿਣਾ ਚਾਹਾਂਗੀ ਕਿ ਜਿਹੜਾ ਚੜ੍ਹਦਾ ਪੰਜਾਬ ਹੈ ਉਹਦੀ ਆਬਾਦੀ ਹੈ 3 ਕਰੋੜ, ਲਹਿੰਦੇ ਪੰਜਾਬ ਦੀ ਆਬਾਦੀ ਹੈ 13 ਕਰੋੜ, ਇਸ ਤੋਂ ਵੀ ਜ਼ਿਆਦਾ ਹੋ ਗਈ ਹੈ। ਅਤੇ ਚੜ੍ਹਦਾ ਪੰਜਾਬ ਉਹ ਸਾਡਾ ਛੋਟਾ ਭਾਈ ਹੈ। ਜੇ ਦੋਵੇਂ ਪੰਜਾਬ ਇੱਕ ਹੋ ਜਾਣ ਔਰ ਇੱਕ ਦੂਸਰੇ ਦੇ ਖੈਰ ਖਾ ਹੋਣ, ਇੱਕ ਦੂਸਰੇ ਨੂੰ ਮੁਹੱਬਤ ਕਰਨ ਵਾਲੇ ਹੋਣ, ਅਤੇ ਸਾਨੂੰ ਕੋਈ ਵੀ ਡੱਕ ਨਹੀਂ ਸਕਦਾ। ਇੱਕ ਚੀਜ਼ ਹੋਰ ਕਿ ਦੇਖੋ ਕਿੰਨੀ ਦੇਰ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮੁਲਕ ਅਲੱਗਾ ਬਣ ਜਾਏ ਔਰ ਤੁਸੀਂ ਆਜ਼ਾਦ ਆਪਦੇ ਫੈਸਲੇ ਕਰ ਸਕੋ, ਖਾਲਿਸਤਾਨ ਦੇ ਖਾਬ ਦੇਖੇ, ਤੁਸੀਂ ਧਰਨਿਆਂ ਦੇ ਵਿੱਚ ਵੀ ਖਾਲਿਸਤਾਨ ਦੇ ਝੰਡੇ ਚੁੱਕੇ, ਪਰ ਉਹਦਾ ਹੱਲ ਕੋਈ ਨਹੀਂ ਹੋਇਆ। ਦੇਖੋ ਮੈਂ ਕਹਿੰਦਾ ਕਿ ਹਮੇਸ਼ਾ ਮੁਹੱਬਤ ਵਾਲਾ ਪੈਗਾਮ ਦੇਣਾ ਚਾਹੀਦਾ ਹੈ, ਮੁਹੱਬਤਾਂ ਵਧਾਉਣੀਆਂ ਚਾਹੀਦੀਆਂ ਨੇ। ਅੱਛਾ ਮੈਨੂੰ ਆਹ ਦੱਸੋ ਕਿ ਜਿਨ੍ਹਾਂ ਲੋਕਾਂ ਨੇ ਆ ਬਿਆਨ ਦਿੱਤੇ ਨੇ ਹੁਣ ਤੱਕ, ਪਾਕਿਸਤਾਨ ਦੇ ਖਿਲਾਫ ਬਿਆਨ ਦਿੱਤੇ ਨੇ, ਲਹਿੰਦੇ ਪੰਜਾਬ ਦੇ ਖਿਲਾਫ ਬਿਆਨ ਦਿੱਤੇ ਨੇ, ਲਾਹੌਰ ਦੇ ਖਿਲਾਫ ਬਿਆਨ ਦਿੱਤੇ ਨੇ, ਕਿ ਉਹ ਕਦੀ ਨਹੀਂ ਆਉਣਗੇ ਪਾਕਿਸਤਾਨ, ਕਿ ਉਹ ਆਪਦੀ ਆਖਰੀ ਸਾਹ ਤੱਕ ਇੰਡੀਆ ਦੇ ਵਿੱਚ ਹੀ ਰਹਿਣਗੇ, ਕਿ ਉਹ ਕਦੀ ਵੀ ਗੁਰੂ ਨਾਨਕ ਦੇ ਜਨਮ ਸਥਾਨ 'ਤੇ ਨਹੀਂ ਆਉਣਗੇ। ਉਹਨਾਂ ਦਾ ਦਿਲ ਨਹੀਂ ਕਰੇਗਾ ਕਿ ਉਸ ਭੋਏ 'ਤੇ ਜਾਣ, ਉਸ ਜਗ੍ਹਾ 'ਤੇ ਜਾਣ ਜਿੱਥੇ ਗੁਰੂ ਨਾਨਕ ਦੇ ਕਦਮ ਲੱਗੇ ਨੇ। ਗੁਰੂ ਨਾਨਕ ਨੇ ਕਿੰਨੀ ਮੁਹੱਬਤ ਫੈਲਾਈ ਹੈ, ਗੁਰੂ ਨਾਨਕ ਨੇ ਕਿੰਨਾ ਪਿਆਰ ਵੰਡਿਆ ਹੈ ਸਾਨੂੰ। ਮੇਰੇ ਬਹੁਤ ਸਾਰੇ ਮਿੱਤਰ ਪਿਆਰੇ, ਜਦ ਅਸੀਂ ਸਿੱਖਾਂ ਦੇ ਨਾਲ ਸਾਡਾ ਮੇਲ ਮਿਲਾਪ ਹੁੰਦਾ ਸੀ ਕਿਸੇ ਕਾਨਫਰੰਸ ਦੇ ਵਿੱਚ ਜਾਂ ਕਿਸੇ ਜਗ੍ਹਾ 'ਤੇ ਉਹਨਾਂ ਦੇ ਨਾਲ ਮਿਲਣਾ ਜਾਂ ਉਹਨਾਂ ਦੇ ਨਾਲ ਫੋਟੋ ਸੈਸ਼ਨ ਜਾਂ ਹੋਰ ਚੀਜ਼ਾਂ, ਅਤੇ ਬਹੁਤ ਸਾਰੇ ਦੋਸਤ ਸਾਡੇ ਕਹਿੰਦੇ ਸਨ, ਮੇਰੇ ਮਿੱਤਰ ਪਿਆਰੇ, ਕਿ ਯਾਰ ਤੁਸੀਂ ਸਿੱਖਾਂ ਦੇ ਨਾਲ ਇੰਨੀਆਂ ਮੁਹੱਬਤਾਂ ਨਾ ਵਧਾਓ, ਇਹਨਾਂ ਨੇ ਤੁਹਾਨੂੰ ਇਹਦਾ ਸਿਲਾ ਨਹੀਂ ਦੇਣਾ, ਚੰਗੇ ਲੋਕ ਨਹੀਂ ਹੈ। ਇਹਨਾਂ ਨੇ 47 ਵਿੱਚ ਵੀ ਸਾਡੇ ਨਾਲ ਬਹੁਤ ਭੈੜੀ ਕੀਤੀ ਸੀ, ਹਾਲਾਂਕਿ ਸਾਡਾ ਇਹਨਾਂ ਦੇ ਨਾਲ ਵਰਤਾਰਾ ਬਹੁਤ ਚੰਗਾ ਸੀ, ਆਪਸ ਬੜੇ ਤੇਜ਼ ਮੁਹੱਬਤ ਪਿਆਰ ਨਾਲ ਰਹਿੰਦੇ ਸੀ। ਉਸ ਦੇ ਬਾਵਜੂਦ 47 ਦੇ ਵਿੱਚ ਮੁਸਲਮਾਨਾਂ ਨੂੰ ਜਾਂ ਜਿਹੜੇ ਪਾਕਿਸਤਾਨ ਵਿੱਚ ਆ ਰਹੇ ਸਨ ਉਹਨਾਂ ਨੂੰ ਵੱਢਿਆ ਟੁੱਕਿਆ ਜਿਹੜਾ ਉਹ ਸਿੱਖਾਂ ਨੇ ਸੀ। ਅਤੇ ਅਸੀਂ ਉਹਨਾਂ ਨੂੰ ਕਿਹਾ ਯਾਰ ਉਹ ਤਾਂ ਅੱਜ ਵੀ ਉਹ ਵੇਲਾ ਯਾਦ ਕਰਕੇ ਰੋਂਦੇ ਨੇ ਕਿ ਉਹਨਾਂ ਕੋਲੋਂ ਜੇ ਉਹ ਗਲਤੀਆਂ ਹੋ ਗਈਆਂ ਨੇ ਅਤੇ ਉਹਦਾ ਉਹ ਉਜ਼ਾਲਾ ਕਰਨਾ ਚਾਹੁੰਦੇ ਨੇ, ਆਪਦੇ ਮੁਹੱਬਤ ਦਾ ਪੈਗਾਮ ਲੈ ਕੇ ਆਉਂਦੇ ਨੇ ਪਾਕਿਸਤਾਨ ਦੇ ਵਿੱਚ। ਸਾਡਾ ਕੀ ਲੈ ਜਾਂਦੇ ਨੇ, ਸਾਨੂੰ ਪਿਆਰ ਨਾਲ ਬੁਲਾਉਂਦੇ ਨੇ, ਅਸੀਂ ਅੱਗੋਂ ਹੱਸ ਕੇ ਉਹਨਾਂ ਨਾਲ ਗੱਲ ਕਰ ਲਈਦੀ ਹੈ, ਹੱਸ ਕੇ ਉਹਦਾ ਜਵਾਬ ਦੇ ਦਿੱਤਾ, ਸਾਡਾ ਕੀ ਜਾਂਦਾ। ਅਤੇ ਉਹ ਕਹਿੰਦੇ ਸਨ ਕਿ ਅੱਜ ਜਦੋਂ ਟਾਈਮ ਆਏਗਾ ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਨਾਲ ਕਿੰਨੇ ਕੁ ਮੁਖਲਿਸ ਨੇ। ਅਤੇ ਉਹ ਬਾਕੀ ਉਹਨਾਂ ਦੀ ਗੱਲ ਸੱਚੀ ਹੋਈ ਹੈ। ਅਸੀਂ ਹਮੇਸ਼ਾ ਇਗਨੋਰ ਕੀਤਾ ਇਹਨਾਂ ਚੀਜ਼ਾਂ ਨੂੰ, ਅਸੀਂ ਹਮੇਸ਼ਾ ਇਸ ਚੀਜ਼ ਨੂੰ ਪੋਜ਼ੀਟਿਵ ਵੇ ਦੇ ਵਿੱਚ ਲੈ ਕੇ ਗਏ ਕਿ ਨਹੀਂ ਸਾਡੇ ਸਿੱਖ ਮਿੱਤਰ ਜਿਹੜੇ ਨੇ ਉਹ ਸਾਡੇ ਨਾਲ ਬੜੇ ਮੁਖਲਿਸ ਨੇ, ਸਾਡੇ ਨਾਲ ਬੜਾ ਪਿਆਰ ਕਰਦੇ ਨੇ, ਲਹਿੰਦੇ ਪੰਜਾਬ ਦੇ ਨਾਲ ਬੜਾ ਪਿਆਰ ਹੈ, ਨਨਕਾਣੇ ਦੇ ਨਾਲ ਬੜਾ ਪਿਆਰ ਹੈ। ਉਹ ਯਾਰ ਤੁਸੀਂ ਤੇ ਸਾਰੀਆਂ ਚੀਜ਼ਾਂ ਦੇ ਉੱਤੇ ਕ੍ਰੋਸ ਹੀ ਲਾਤਾ। ਅਗਰ ਕੋਈ ਵੀ ਹੋਰ ਪਰਸਨ ਪੰਜਾਬ ਤੋਂ ਇਲਾਵਾ ਕਿੰਨੇ ਸੂਬੇ ਨੇ, 24 ਜਾਂ 26 ਸੂਬੇ ਨੇ ਇੰਡੀਆ ਦੇ, ਉਹਦੇ ਵਿੱਚੋਂ ਕੋਈ ਵੀ ਬੰਦਾ ਉੱਠ ਕੇ ਕਿਸੇ ਵੀ ਸੂਬੇ ਦੇ ਵਿੱਚੋਂ ਕੋਈ ਵੀ ਗੱਲ ਕਰਦੇ ਸਾਡੇ ਖਿਲਾਫ, ਸਾਨੂੰ ਕੋਈ ਦੁੱਖ ਨਹੀਂ ਹੈ। ਲੇਕਿਨ ਚੜ੍ਹਦੇ ਪੰਜਾਬ ਦੇ ਵਿੱਚੋਂ ਕੋਈ ਸਾਡੇ ਖਿਲਾਫ ਜਾਂ ਲਾਹੌਰ ਦੇ ਖਿਲਾਫ ਜਾਂ ਪੰਜਾਬ ਦੇ ਖਿਲਾਫ ਜਾਂ ਪੰਜਾਬੀਆਂ ਦੀ ਮੁਹੱਬਤ ਦੇ ਬਾਰੇ ਕੋਈ ਅਜਿਹੀ ਵਰਡਿੰਗ ਯੂਜ਼ ਕਰੇ ਜਿਵੇਂ ਦੀ ਵਰਡਿੰਗ ਉਹਨੂੰ ਨਹੀਂ ਯੂਜ਼ ਕਰਨੀ ਚਾਹੀਦੀ, ਅਤੇ ਸਾਨੂੰ ਬਹੁਤ ਤਕਲੀਫ ਹੁੰਦੀ ਹੈ ਉਹਦੀ। ਅਤੇ ਉਹ ਗੱਲ ਸੱਚੀ ਹੋ ਗਈ ਉਹਨਾਂ ਦੀ। ਉਹਨਾਂ ਨੇ ਕਿਹਾ ਕਿ ਹੁਣ ਸੁਣਾਓ, ਹੁਣ ਸਾਨੂੰ ਟੀਚਰਾਂ ਕਰਦੇ ਨੇ। ਆਹ ਟੀਚਰਾਂ ਜਿਹੜੀਆਂ ਨੇ ਆਹ ਸਾਡੇ ਮਿੱਤਰ ਪਿਆਰੇ ਜਿਹੜੇ ਸਿੱਖ ਨੇ ਉਹਨਾਂ ਦੀ ਵਜ੍ਹਾ ਤੋਂ ਹੋ ਰਹੀਆਂ ਨੇ, ਕਿਉਂਕਿ ਇਹਨਾਂ ਨੇ ਬਿਆਨ ਗੱਲਾਂ ਹੀ ਇਹੋ ਜਿਹੀਆਂ ਕਰਤੀਆਂ, ਇਹਨਾਂ ਨੇ ਕੋਈ ਮੁਹੱਬਤ ਵਾਲਾ ਪੈਗਾਮ ਨਹੀਂ ਦਿੱਤਾ। ਮੈਂ ਕਹਿੰਦਾ ਇਫ਼ਤਿਖਾਰ ਠਾਕੁਰ ਗਲਤ ਹੈ, ਮੈਂ ਮੰਨ ਲਿਆ ਉਹਨੂੰ ਆਹ ਗੱਲ ਕਰਨੀ ਨਹੀਂ ਚਾਹੀਦੀ ਸੀ, ਆਰਟਿਸਟ ਹਮੇਸ਼ਾ ਸਾਂਝਾ ਹੁੰਦਾ ਹੈ, ਪਰ ਜੇ ਉਹਨੇ ਆਹ ਗੱਲ ਕੀਤੀ ਹੈ ਅਤੇ ਉਹਦੀ ਇਸ ਗੱਲ ਦਾ ਜਵਾਬ ਨਫ਼ਰਤ ਨਾਲ ਦੇਣਾ ਚਾਹੀਦਾ ਸੀ ਜਾਂ ਉਹਨੂੰ ਮੁਹੱਬਤ ਦੇ ਨਾਲ ਅੱਗੋਂ ਜਵਾਬ ਦੇਣਾ ਚਾਹੀਦਾ ਸੀ। ਅਗਰ ਮੈਂ ਉਹਦੀ ਗੱਲ ਦਾ ਜਵਾਬ ਦੇਣਾ ਹੁੰਦਾ ਤਾਂ ਮੈਂ ਉਹਨੂੰ ਆਹ ਕਹਿੰਦਾ ਕਿ ਇਫ਼ਤਿਖਾਰ ਠਾਕੁਰ ਤੂੰ ਇੱਕ ਪੰਜਾਬੀ ਹੈ, ਪੰਜਾਬ ਦਾ ਰਹਿਣ ਵਾਲਾ ਹੈ, ਪੰਜਾਬੀ ਸੇਵਕ ਹੈ, ਤੈਨੂੰ ਉਹ ਗੱਲਾਂ ਜ਼ੇਬ ਨਹੀਂ ਦਿੰਦੀਆਂ, ਤੈਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ, ਤੈਨੂੰ ਪੰਜਾਬੀਅਤ ਦੇ ਫਰੋਗ ਵਾਸਤੇ ਗੱਲ ਕਰਨੀ ਚਾਹੀਦੀ ਹੈ, ਤੈਨੂੰ ਮੁਹੱਬਤ ਦੀ ਗੱਲ ਕਰਨੀ ਚਾਹੀਦੀ ਹੈ, ਤੈਨੂੰ ਜੰਗਬੰਦੀ ਦੀ ਗੱਲ ਕਰਨੀ ਚਾਹੀਦੀ ਹੈ, ਤੈਨੂੰ ਜੰਗ ਲਾਉਣ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਤੈਨੂੰ ਡਰਾਵੇ ਧਮਕਾਵੇ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਤੈਨੂੰ ਮੁਹੱਬਤ ਵਧਾਉਣ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ। ਤੈਨੂੰ ਆਹ ਕਹਿਣਾ ਚਾਹੀਦਾ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ, ਕਿਉਂ ਨਹੀਂ ਅਸੀਂ, ਸਾਡਾ ਕਲਚਰ ਇੱਕ ਹੈ, ਸਾਡੀ ਸਾਂਝਾਂ ਇੱਕ ਨੇ ਬੜੇ ਅਰਸੇ ਤੋਂ, ਅਤੇ ਅਸੀਂ ਇੱਕ ਜਗ੍ਹਾ 'ਤੇ ਹੋ ਕੇ ਬਹਿ ਕੇ ਇਕੱਠੇ ਸਿਰ ਜੋੜ ਲਈਏ ਅਤੇ ਮਸਲਿਆਂ ਦਾ ਹੱਲ ਕਰ ਲਈਏ। ਤੈਨੂੰ ਆਹ ਗੱਲ ਕਰਨੀ ਚਾਹੀਦੀ ਸੀ, ਅਤੇ ਬਿਲਕੁਲ ਠੀਕ ਸੀ, ਬਿਲਕੁਲ ਠੀਕ ਸੀ। ਅਤੇ ਜੇ ਤੁਸੀਂ ਇੱਟ ਦਾ ਜਵਾਬ ਪੱਥਰ ਨਾਲ ਦਿਓ ਜਾਂ ਤੁਸੀਂ ਅਗਰ ਕਿਸੇ ਦੀ ਗੱਲ ਨੂੰ ਤੋੜ ਮੜੋੜ ਕੇ ਉਹਦਾ ਆਨਸਰ ਹੀ ਕਿਸੇ ਹੋਰ ਵੇ ਦੇ ਵਿੱਚ ਲੈ ਜਾਓ ਅਤੇ ਉਹ ਗੱਲਾਂ ਮੁਨਾਸਬ ਨਹੀਂ ਨੇ। ਹੁਣ ਕਿੰਨੇ ਬਿਆਨਾਤ ਆਏ, ਇੱਧਰੋਂ ਆਏ ਉੱਧਰੋਂ ਆਏ, ਉਹ ਖੁਸ਼ੀ ਰਿਪਨ ਵਾਲਾ ਇੱਕ ਹੋਰ ਮਾਮਲਾ,
ਯਾਰ ਤੂੰ ਕਿੰਨਾ ਇੱਥੇ ਸਾਡੇ ਕੋਲ ਕਿੰਨੇ ਚਾਅ ਦੇ ਨਾਲ ਆਇਆ ਹੈ, ਔਰ ਕਿਵੇਂ ਤੂੰ ਆਪਣੀ ਵੀਡੀਓਜ਼ ਕਹਿੰਦਾ ਸੀ, ਵਲੌਗਸ ਵਿੱਚ ਕਹਿੰਦਾ ਸੀ ਯਾਰ ਤੈਨੂੰ ਅਸੀਂ ਆਪਦੀਆਂ ਸ਼ਾਦੀਆਂ ਤੇ ਲੈ ਕੇ ਗਏ। ਉਹ ਪਾਸ਼ਾ ਜੱਟ ਦੇ ਘਰ ਦੀ ਸ਼ਾਦੀ ਸੀ, ਉਹ ਤੈਨੂੰ ਆਪਦੇ ਘਰ ਲੈ ਕੇ ਗਿਆ। ਉਹ ਸਮੀ ਜੱਟ, ਅੰਜਮ ਸਰੋਇਆ ਸਿਰ ਤੇ ਚੁੱਕੀ ਫਿਰਦੇ, ਤੂੰ ਘਰਾਂ ਦੇ ਵਿੱਚ ਬੜਿਆ ਫਿਰਦਾ ਰਿਹਾ ਯਾਰ। ਨਾਸਿਰ ਢਿੱਲੋਂ ਨੇ ਕਿੰਨੀ ਸੇਵਾ ਕੀਤੀ, ਹਰ ਬੰਦੇ ਨੇ ਤੁਹਾਨੂੰ ਸਿਰ ਤੇ ਚੁੱਕਿਆ ਹੈ, ਆਪਦੀਆਂ ਬੀਬੀਆਂ ਦੇ ਨਾਲ ਬਿਠਾ ਕੇ ਤੁਹਾਨੂੰ ਖਾਣੇ ਖਵਾਏ ਨੇ। ਉਸ ਦੇ ਬਾਵਜੂਦ ਜੇ ਤੁਸੀਂ ਇੱਥੇ ਸੋ ਵਲੌਗਿੰਗ ਕਰਦੇ ਪਏ ਸੋ, ਤੁਸੀਂ ਕਹਿ ਰਹੇ ਸੀ ਕਿ ਲਹਿੰਦੇ ਪੰਜਾਬ ਤੋਂ ਚੰਗਾ ਕਲਚਰ ਕਿਸੇ ਦਾ ਨਹੀਂ। ਇੱਥੇ ਇਹਨਾਂ ਨੇ ਹਜੇ ਵੀ ਕਲਚਰ ਨੂੰ ਸਾਂਭਿਆ ਹੈ, ਬਹੁਤ ਮੁਹੱਬਤ ਕਰਨ ਵਾਲੇ ਨੇ, ਸਾਡੀ ਬੜੀ ਸੇਵਾ ਕਰਦੇ ਨੇ, ਸਾਡੇ ਨਾਲ ਬੜਾ ਪਿਆਰ ਕਰਦੇ ਨੇ, ਔਰ ਇਹਨਾਂ ਤੋਂ ਚੰਗਾ ਕੋਈ ਨਹੀਂ ਹੈ। ਜਿਵੇਂ ਤੁਸੀਂ ਇੱਥੋਂ ਗਏ ਹੋ ਆਪਦੇ 4 ਵਿਊਜ਼ ਲੈਣ ਵਾਸਤੇ ਜਾਂ ਆਪਦੀ ਬੱਲੇ ਬੱਲੇ ਕਰਾਉਣ ਵਾਸਤੇ, ਤੁਸੀਂ ਜਨਾਬ ਪਾਕਿਸਤਾਨ ਨੂੰ ਕਹਿ ਦਿਓ ਕਿ ਅੱਧਾ ਅਸੀਂ ਨੱਪ ਲਈ, ਅੱਧਾ ਤੁਸੀਂ ਨੱਪ ਲਓ, ਅਫਗਾਨੀਆਂ ਨੂੰ ਕਹਿ ਰਹੇ ਹੋ। ਯਾਰ ਕੈਸੀਆਂ ਗੱਲਾਂ ਨੇ, ਕਿੱਡੀ ਖੁੱਲੀ ਮੁਨਾਫਕਤ ਹੈ। ਇੰਨਾ ਮੁਨਾਫਕ ਕੋਈ ਹੋ ਸਕਦਾ ਹੈ ਯਾਰ? ਰਾਜ਼ਕ ਜਿਹੜਾ ਹੈ ਨਾ ਉਹ ਰੱਬ ਹੈ। ਤੁਸੀਂ ਕਿਉਂ ਹਕੂਮਤਾਂ ਨੂੰ ਰਾਜ਼ਕ ਸਮਝ ਲਿਆ? ਤੁਸੀਂ ਕਿਉਂ ਮੋਦੀ ਨੂੰ ਰਾਜ਼ਕ ਸਮਝ ਲਿਆ ਆਪਣਾ? ਤੁਸੀਂ ਕਿਉਂ ਹੱਕ ਸੱਚ ਦੀ ਗੱਲ ਨਹੀਂ ਕਰਦੇ? ਤੁਸੀਂ ਕਿਉਂ ਅੱਖਾਂ ਤੇ ਪੱਟੀ ਬੰਨ੍ਹ ਲਈ, ਉਹ ਵੀ ਕਾਲੇ ਰੰਗ ਦੀ? ਤੁਹਾਨੂੰ ਚਾਹੀਦਾ ਹੈ ਤੁਸੀਂ ਮੁਹੱਬਤ ਦਾ ਪੈਗਾਮ ਦਿਓ। ਜਿੰਨੀ ਵੀ ਸੈਲੀਬ੍ਰਿਟੀਜ਼ ਨੇ, ਤੁਸੀਂ ਆ ਨਾ ਕਹੋ ਕਿ ਜੰਗ ਕਰਨੀ ਹੈ। ਤੁਸੀਂ ਨਾ ਪਾਕਿਸਤਾਨ ਦੇ ਹੱਕ 'ਚ ਗੱਲ ਕਰੋ, ਨਾ ਤੁਸੀਂ ਇੰਡੀਆ ਦੇ ਹੱਕ 'ਚ ਗੱਲ ਕਰੋ, ਨਾ ਤੁਸੀਂ ਲਹਿੰਦੇ ਪੰਜਾਬ ਦੇ ਹੱਕ 'ਚ ਗੱਲ ਕਰੋ, ਨਾ ਚੜ੍ਹਦੇ ਦੇ ਹੱਕ 'ਚ ਗੱਲ ਕਰੋ। ਇੱਕ ਨਿਊਟਰਲ ਹੋ ਕੇ ਆਪਦਾ ਬਿਆਨ ਰਿਕਾਰਡ ਕਰਾਓ ਕਿ ਯਾਰ ਜੰਗ ਨਹੀਂ ਹੋਣੀ ਚਾਹੀਦੀ, ਕਿਸੇ ਮਸਲੇ ਦਾ ਹੱਲ ਨਹੀਂ ਹੈ। ਸਾਨੂੰ ਮਸਾਇਲ ਨੂੰ ਹੱਲ ਕਰਨ ਵਾਸਤੇ ਸਿਰ ਜੋੜ ਕੇ ਬੈਠੀਏ, ਇੱਕ ਟੇਬਲ ਤੇ ਬੈਠੀ, ਅਸੀਂ ਮਸਲਿਆਂ ਦਾ ਹੱਲ ਕਰ ਲਈਏ। ਇਹ ਸਾਡੀ ਹਕੂਮਤਾਂ ਨੂੰ ਆ ਚਾਹੀਦਾ ਹੈ ਕਿ ਉਹ ਮਸਲਿਆਂ ਦਾ ਹੱਲ ਕਰਨ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਕਿੰਨੇ ਲੋਕਾਂ ਦੇ ਖੂਨ ਵਗੇਗਾ, ਅਸਤੇ ਹਜੇ 47 ਨਹੀਂ ਭੁੱਲੇ, ਉਸ ਤੋਂ ਉੱਤੇ ਫੇਰ ਹੋਰ ਨਵੀਆਂ ਨਹਿਰਾਂ ਬਹਾਣੀਆਂ ਨੇ ਤੁਸੀਂ। ਇੰਝ ਨਹੀਂ ਹੋਣਾ ਚਾਹੀਦਾ। ਉਂਝ ਤੁਹਾਨੂੰ ਜੇ ਕੋਈ ਬੱਕਰਾ ਕਰ ਲੈ ਖਾਣ ਵਾਸਤੇ, ਕੋਈ ਦੁੰਬਾ ਕਰ ਲੈ, ਕੋਈ ਕੁੱਕੜ ਕਰ ਲੈ, ਤੇ ਤੁਸੀਂ ਕਹਿੰਦੇ ਜੀ ਖੂਨ ਬਹਾਈ ਜਾਂਦੇ ਨੇ। ਜਾਨਵਰ ਨਾਲ ਤੁਹਾਨੂੰ ਪਿਆਰ ਹੈ, ਇਨਸਾਨਾਂ ਨਾਲ ਕੋਈ ਪਿਆਰ ਨਹੀਂ। ਕੈਸੀ ਗੱਲ ਹੈ? ਇਹ ਮੁਨਾਫਕਤ ਛੱਡ ਦਿਓ ਔਰ ਮੁਹੱਬਤ ਵਾਲੇ ਪੈਗਾਮ ਦਿਓ। ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਮੇਰੀ ਉਹਨਾਂ ਅੱਗੇ ਰਿਕੁਐਸਟ ਹੈ ਕਿ ਮੁਹੱਬਤ ਵਾਲਾ ਪੈਗਾਮ ਦੇਣ, ਤਾਂ ਕਿ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਪਹੁੰਚੇ। ਔਰ ਜੇ ਤੁਹਾਡੀ ਜ਼ੁਬਾਨ 'ਚੋਂ ਨਿਕਲੀ ਹੋਈ ਕੋਈ ਵੀ ਇੱਕ ਗੱਲ ਕਿਸੇ ਦੇ ਦਿਲ 'ਤੇ ਅਸਰ ਕਰ ਗਈ ਔਰ ਉਹਦੇ ਨਾਲ ਫਾਇਦਾ ਹੋ ਗਿਆ, ਤੁਹਾਡੇ ਵਾਸਤੇ ਉਹ ਨਜਾਤ ਦਾ ਬਾਇਸ ਬਣ ਜਾਏਗਾ। ਤੁਹਾਡੀ ਦੁਨੀਆ ਵੀ ਸੋਹਣੀ ਹੋ ਜਾਏਗੀ, ਤੁਸੀਂ ਅਮਰ ਹੋ ਜਾਓਗੇ। ਤੁਹਾਨੂੰ ਉਹਦਾ ਸਿਲਾ ਰੱਬ ਨੇ ਦੇਣਾ। ਜਾਂ ਆਪਦੀ ਜ਼ੁਬਾਨ ਨੂੰ ਬੰਦ ਰੱਖ ਲਓ। ਮੈਨੂੰ ਅਮਰਿੰਦਰ ਗਿੱਲ ਬਹੁਤ ਅੱਛਾ ਲੱਗਿਆ, ਉਹਨੇ ਕੋਈ ਬਿਆਨ ਨਹੀਂ ਦਿੱਤਾ ਯਾਰ। कैसा मेच्योर आदमी है, कैसा मेच्योर आदमी है। ना दिलजीत दोसांझ ने कोई पैगाम दिता है, देना नहीं चाहिए। सियाने लोग ने ना, उन्होंने अजिहियां उन्होंने गल्लां जेब ही नहीं दिंदियां कि देन। बिन्नू ढिल्लों जिन्ना तू साडे कोले लਹਿੰਦੇ ਪੰਜਾਬ ਦੇ ਵਿੱਚ ਮਕਬੂਲ ਹੈ, ਜਿੰਨਾ ਅਸੀਂ ਤੇਰੇ ਨਾਲ ਪਿਆਰ ਕਰਦੇ ਹਾਂ, ਤੂੰ ਤੇ ਸਾਡੇ ਪਿਆਰ ਨੂੰ ਕ੍ਰਾਸ ਕਰਤਾ ਯਾਰ। ਤੈਨੂੰ ਇੰਝ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ। ਖੈਰ ਗੱਲਾਂ ਬਹੁਤ ਲੰਬੀਆਂ ਨੇ, ਦੁੱਖ ਬਹੁਤ ਵੱਡਾ ਹੈ, ਦਿਲ ਨੂੰ ਬਹੁਤ ਤਕਲੀਫ ਹੋਈ ਹੈ, ਬਹੁਤ ਠੇਸ ਪਹੁੰਚੀ ਹੈ। ਇੰਝ ਨਹੀਂ ਹੋਣਾ ਚਾਹੀਦਾ ਸੀ ਜਿਵੇਂ ਦੇ ਬਿਆਨਾਤ ਆ ਰਹੇ ਨੇ। ਮੈਂ ਉਮੀਦ ਕਰਦਾ ਕਿ ਅੱਗੇ ਆਉਣ ਵਾਲੇ ਵੇਲੇ ਦੇ ਵਿੱਚ ਕੋਈ ਵੀ ਅਜਿਹੇ ਪੈਗਾਮ ਨਹੀਂ ਆਉਣਗੇ ਜਿਹਦੇ ਨਾਲ ਨਫ਼ਰਤ ਫੈਲੇ, ਜਿਹਦੇ ਨਾਲ ਨਫ਼ਰਤ ਨੂੰ ਫਰੋਗ ਮਿਲੇ, ਜਿਹਦੇ ਨਾਲ ਚਿੰਗਾਰੀ ਜਿਹੜੀ ਆ ਉਹ ਭਾਂਬੜ ਬਣੇ। ਅਸੀਂ ਬਲਦੇ ਤੇ ਤੇਲ ਨਹੀਂ ਪਾਉਣਾ, ਅਸੀਂ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰਨੀ ਹੈ। ਉਮੀਦ ਹੈ ਕਿ ਤੁਹਾਨੂੰ ਸਭ ਨੂੰ ਮੇਰੀਆਂ ਗੱਲਾਂ ਦੀ ਸਮਝ ਆ ਗਈ ਹੋਵੇਗੀ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੀ। ਮੈਨੂੰ ਦਿਓ ਇਜਾਜ਼ਤ। ਰੱਬ ਰੱਖ।